ਦੀ ਪਾਵਨ ਗੋਦ ਵਿੱਚ ਜੁੜ ਮਿਲ ਬੈਠੇ ਵਡਭਾਗੀ ਸਤ ਸੰਗੀ ਜਨੋ, ਆਪ ਵਡਭਾਗੇ ਹੋ ਜੋ ਹਰ ਰੋਜ਼ ਦੀ ਤਰ੍ਹਾਂ ਗੁਰ ਇਤਿਹਾਸ ਦੀ ਕਥਾ ਸ਼ਰਵਨ ਕਰਨ ਵਾਸਤੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਮਿਲ ਬੈਠੇ ਹੋ। ਆਪ ਜੀ ਨੇ ਇਸ ਤੋਂ ਪਹਿਲੇ ਪ੍ਰਸੰਗ ਦੇ ਵਿੱਚ ਸ਼ਰਵਣ ਕੀਤਾ ਹੈ, ਜਦੋਂ ਘੇਰੜ ਭਗਵਾਨ ਦਾਸ ਦੀ ਮੌਤ ਹੋਈ। ਇਹਦਾ ਪੁੱਤਰ ਰਤਨ ਚੰਦ ਉਹ ਕਹਿਣ ਲੱਗਿਆ ਕਿ ਮੈਂ ਆਪਣੇ ਪਿਤਾ ਦਾ ਬਦਲਾ ਲਵਾਂਗਾ। ਉਹਨੂੰ ਚੇਤੇ ਆਇਆ ਕਿ ਚੰਦੂ ਦਾ ਪੁੱਤਰ ਕਰਮ ਚੰਦ ਜਲੰਧਰ ਦੇ ਵਿੱਚ ਵੱਸਦਾ ਹੈ ਅਤੇ ਉਹਦੀ ਜਲੰਧਰ ਦੇ ਸੂਬੇ ਦੇ ਨਾਲ ਕਾਫੀ ਬਣ ਆਉਂਦੀ ਹੈ ਅਤੇ ਮੈਂ ਉਹਨੂੰ ਜਾ ਕੇ ਮਿਲਣਾ ਕਰਦਾ। ਕਹਿੰਦੇ ਇਹਨੇ ਇਸੇ ਤਰ੍ਹਾਂ ਹੀ ਕੀਤਾ। ਇਹ ਕਰਮ ਚੰਦ ਦੇ ਕੋਲ ਚਲਿਆ ਗਿਆ। ਉਹਨੂੰ ਕਹਿਣ ਲੱਗਿਆ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਤੇਰੇ ਵੀ ਦੁਸ਼ਮਣ ਨੇ, ਉਹ ਮੇਰੇ ਵੀ ਦੁਸ਼ਮਣ ਨੇ। ਉਹਨਾਂ ਨੇ ਤੇਰੇ ਪਿਤਾ ਨੂੰ ਵੀ ਮਾਰਿਆ ਅਤੇ ਮੇਰੇ ਪਿਤਾ ਨੂੰ ਵੀ ਮਾਰਨਾ ਕੀਤਾ। ਆਪਾਂ ਹੁਣ ਦੋਨੋਂ ਮਿਲ ਕੇ ਸਤਿਗੁਰੂ ਜੀ ਦੇ ਕੋਲੋਂ ਬਦਲਾ ਲੈਣਾ ਕਰੀਏ। ਇਹ ਆਪਸ ਦੇ ਵਿੱਚ ਇਹ ਵੀ ਗੱਲਾਂ ਕਰਦੇ ਨੇ ਕਿ ਸਤਿਗੁਰੂ ਜੀ ਸੂਰਮੇ ਬੜੇ ਨੇ, ਬੜੇ ਵੱਡੇ ਬਹਾਦਰ ਨੇ, ਉਹਨਾਂ ਨਾਲ ਲੜਨਾ ਵੀ ਬੜਾ ਮੁਸ਼ਕਿਲ ਹੈ। ਕਿਉਂ ਸਤਿਗੁਰੂ ਜੀ ਨੇ ਸ਼ਾਹਜਹਾਂ ਬਾਦਸ਼ਾਹ ਦੀਆਂ ਭੇਜੀਆਂ ਫੌਜਾਂ ਜਿਹੜੀਆਂ ਸਨ ਉਹ ਮਾਰ ਕੇ ਖਤਮ ਕਰ ਦਿੱਤੀਆਂ। ਮੁਗਲ ਸਿੱਖਾਂ ਵੀ ਮਾਰਿਆ ਗਿਆ। ਅਤੇ ਫਿਰ ਇਹਨਾਂ ਨੇ ਸਲਾਹ ਕੀਤੀ, ਕਹਿਣ ਲੱਗੇ ਕਿ ਆਪਾਂ ਜਲੰਧਰ ਦੇ ਸੂਬੇ ਦੇ ਕੋਲ ਚੱਲਦੇ ਹਾਂ ਕਿ ਉੱਥੇ ਜਾ ਕੇ ਫਰਿਆਦੀ ਬਣਦੇ ਹਾਂ। ਕਹਿੰਦੇ ਸਿਰ ਤੋਂ ਪੱਗਾਂ ਉਤਾਰੀਆਂ, ਜਲੰਧਰ ਦੇ ਸੂਬੇ ਅਬਦੁੱਲ ਖਾਂ ਦੇ ਕੋਲ ਪਹੁੰਚੇ। ਉੱਥੇ ਜਾ ਕੇ ਰੋ ਰੋ ਕੇ ਇਹਨਾਂ ਦੋਨਾਂ ਨੇ ਪੁਕਾਰ ਕਰਨੀ ਕੀਤੀ। ਕਹਿਣ ਲੱਗੇ ਕਿ ਸਾਡੇ ਨਾਲ ਬੜਾ ਅਨਿਆਂ ਹੋਇਆ। ਕਰਮ ਚੰਦ ਦੱਸਣ ਲੱਗਿਆ ਕਿ ਪਹਿਲੋਂ ਤਾਂ ਮੇਰੇ ਪਿਤਾ ਨੂੰ ਸਤਿਗੁਰੂ ਜੀ ਨੇ ਬੜੀ ਦੁਰਦਸ਼ਾ ਕਰਕੇ ਮਾਰਨਾ ਕੀਤਾ, ਜੇ ਹੁਣ ਇਹਦੇ ਪਿਤਾ ਦੇ ਨਾਲ ਵੀ ਇਸੇ ਤਰ੍ਹਾਂ ਹੀ ਵਾਪਰੀ। ਇਹਨਾਂ ਦੀ ਜ਼ਮੀਨ ਦੇ ਵਿੱਚ ਸਤਿਗੁਰੂ ਜੀ ਨੇ ਜਾ ਕੇ ਡੇਰਾ ਕਰਨਾ ਕੀਤਾ। ਇਹਨਾਂ ਸਤਿਗੁਰੂ ਜੀ ਨੂੰ ਕਿਹਾ ਅਤੇ ਉਸ ਵੇਲੇ ਜਦੋਂ ਬਾਦਸ਼ਾਹ ਦਾ ਨਾਂ ਲਿਆ ਕਿ ਸ਼ਾਹਜਹਾਂ ਦੇ ਕੋਲ ਜਾ ਕੇ ਪੁਕਾਰੂ ਹੋਵਾਂਗੇ, ਉਸ ਵੇਲੇ ਇਹਦੇ ਪਿਤਾ ਨੂੰ ਮਾਰ ਦਿੱਤਾ ਅਤੇ ਮਾਰ ਕੇ ਦਰਿਆ ਦੇ ਵਿੱਚ ਸੁੱਟ ਦਿੱਤਾ। ਉਸ ਵੇਲੇ ਫਿਰ ਇਹ ਬਾਦਸ਼ਾਹ ਨੂੰ ਕਹਿਣ ਲੱਗੇ, ਇਸ ਨੂੰ ਜਲੰਧਰ ਦੇ ਸੂਬੇ ਨੂੰ ਕਹਿਣ ਲੱਗੇ, ਅਬਦੁੱਲ ਖਾਨ ਨੂੰ ਕਹਿਣ ਲੱਗੇ ਕਿ ਜੇ ਇਸੇ ਤਰ੍ਹਾਂ ਸਤਿਗੁਰੂ ਜੀ ਦੇ ਉੱਤੇ ਹੁਣ ਕਿਸੇ ਤਰ੍ਹਾਂ ਕੰਟਰੋਲ ਨਾ ਕੀਤਾ, ਉਹਨਾਂ ਨੂੰ ਪਕੜਿਆ ਨਾ ਜਾਂ ਉਹਨਾਂ ਦੇ ਨਾਲ ਜੰਗ ਨਾ ਕੀਤੀ, ਉਹ ਇੱਕ ਦਿਨ ਤੇਰੇ ਉੱਤੇ ਆ ਕੇ ਵੀ ਹਮਲਾ ਕਰਨਗੇ ਅਤੇ ਤੈਨੂੰ ਵੀ ਖਤਮ ਕਰ ਦੇਣਗੇ। ਜਿਵੇਂ ਜਲੰਧਰ ਦਾ ਸੂਬਾ ਇਹਨਾਂ ਦੀਆਂ ਗੱਲਾਂ ਸੁਣ ਕੇ ਤਕਰੀਬਨ 15,000 ਫੌਜਾਂ ਲੈ ਕੇ, ਦੋਨਾਂ ਆਪਣੇ ਪੁੱਤਰਾਂ ਨੂੰ ਲੈ ਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਜੰਗ ਕਰਨ ਦੇ ਲਈ ਰੋਹੇਲੇ ਨਗਰ ਦੇ ਵਿੱਚ ਪਹੁੰਚੇਗਾ। ਸੋ ਪਾਵਨ ਜਾਂ ਸਰਵਨ ਕਰਨ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹਾਂ, ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜਦੇ ਹਾਂ। ਉਚਾਰਨ ਕਰੋ, ਸਤਨਾਮ ਸ੍ਰੀ ਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਿੰਦੇ ਕਰਮ ਚੰਦ ਉਸ ਵੇਲੇ ਜਲੰਧਰ ਦੇ ਸੂਬੇ ਅਬਦੁੱਲ ਖਾਨ ਨੂੰ ਇਹ ਗੱਲ ਕਹਿਣ ਲੱਗਿਆ
कि एक दिन सतगुरु साहिब श्री गुरु हरगोबिंद पातशाह तेरे नाल विगड़ जाणगे, तो जदों तेरे नाल विगड़नगे ना फिर तेरा वस नहीं चलेगा, फिर तू की करेंगा उस वेले। अब पकड़ो कै करो संघारन, आहे सुखैन न लरबे कारण। तो कहन लग्या कि हुण सतगुरु जी नूं जे पकड़दा ना तो सौखा पकड़िया जाएगा। एक तो उन्हां दे कोल फौजां कोई नहीं लड़न वास्ते, तो एक उन्हां कोल टिकाणा इहो जिहा नहीं, किसी किले दे विच नहीं बैठे, वो मैदानी इलाके दे विच बैठे ने, मैदान दे विच बैठे ने। उन्हां नाल जंग करना हुण बड़ा सौखा होवेगा। बहुर जमा कर लेह लड़ाई, गट गाए कर कह टकराई। तो फिर उस वेले एक करम चंद ते रतन चंद जिहड़े दोनों सन, घेरड़ भगवान दास दा पुत्र ते चंदू दा पुत्र, ये दोनों कहन लगे जे सतगुरु जी ने किला उसार लिया ना फिर सतगुरु जी दे नाल लड़ाई करनी सौखी नहीं, फिर ना सतगुरु जी पकड़े जाणगे ते ना मारे जाणगे। फिर सतगुरु जी लड़ाई करन दे जोग बन जाणगे जे उन्होंने कोट उसार लिया, किला उसार ना कीता। जी ने चढ़ो बात देवटार, इसमें औगन अधिक प्रकार। ते जलंधर दे सूबे नूं कहन लगे कि जे तुसी चढ़ोगे नहीं ते टाल मटोल करना करोगे, ਇਹਦੇ ਵਿੱਚ बड़े दोष ने, ਇਹਦੇ ਵਿੱਚ बहुत सारे ਜਿਹੜੇ ਔਗਣ ਨੇ ਉਹ ਪਾਏ ਜਾਣਗੇ ਜੇ ਫੌਜਾਂ ਲੈ ਕੇ ਤੁਸੀਂ ਸਤਿਗੁਰੂ ਜੀ ਦਾ ਮੁਕਾਬਲਾ ਕਰਨ ਵਾਸਤੇ ਨਹੀਂ ਜਾਵੋਗੇ। ਅਲਪ ਸੰਗ ਦਲ ਗੁਣ ਹੋਏ ਭਾਰੋ, ਅਪਰ ਸਮਾਜ ਸੰਚਲੇ ਸਾਰੋ। ਕਹਿਣ ਲੱਗਿਆ ਕਿ ਸਤਿਗੁਰੂ ਜੀ ਦੇ ਕੋਲ ਫੌਜਾਂ ਹੁਣ ਥੋੜੀਆਂ ਨੇ, ਤੇ ਫਿਰ ਸਤਿਗੁਰੂ ਜੀ ਦੇ ਕੋਲ ਬਹੁਤ ਜ਼ਿਆਦੀਆਂ ਫੌਜਾਂ ਹੋ ਜਾਣਗੀਆਂ। ਸਤਿਗੁਰੂ ਜੀ ਬਹੁਤ ਸਾਰੇ ਸੂਰਮੇ ਇਕੱਠੇ ਕਰ ਲੈਣਗੇ ਤੇ ਫਿਰ ਸਤਿਗੁਰੂ ਜੀ ਦੇ ਨਾਲ ਲੜਨਾ ਬੜਾ ਮੁਸ਼ਕਲ ਹੋ ਜਾਵੇਗਾ। ਆਗੇ ਮਾਰਿਓ ਮੁਗਲਸ ਖਾਨ, ਔਚਕ ਚਲਹੁ ਗਹੋ ਜੁਦ ਪ੍ਰਾਨ। ਤੇ ਫਿਰ ਉਸ ਵੇਲੇ ਇਹਨਾਂ ਨੇ ਦੋਨਾਂ ਨੇ ਸਲਾਹ ਸੂਬੇ ਨੂੰ ਇਹ ਦਿੱਤੀ कि सतगुरु जी ने अगे मुगल सिखां नूं मार दिता, जे सतगुरु जी नूं पकड़ना जां मारना ना तो अचानक ही जाना करो, भेत ना किसी नूं दवो, किसी नूं दसना ना करो, तो अचानक जाके सतगुरु जी के उत्ते हमला करना करो। लरहे अगारी तो देह मार, हजरत होए प्रसन्न उदार। ये रतन चंद ते करम चंद उस वेले कहन लगे कि जे किते सतगुरु जी अगों लड़नगे तो फिर सतगुरु जी नूं मार देवो। जे सतगुरु जी मर गए जंग दे विच तो फिर बादशाह शाहजहां बड़ा खुश होवेगा, बड़ा प्रसन्न होवेगा बादशाह जे ये बादशाह दा कारज तुसी सफला कर दिता। छीन हो बाज आप ले चलो, पातशाह सो हरखत मिलो। ते ये सलाह दिती जलंधर दे सूबे अब्दुल खां नूं कि सतगुरु जी दे कोलों बाज खोवो ते बाज लैके शाहजहां बादशाह दे कोल जाना करो। ते जदों बादशाह शाहजहां नूं जाके बाज लैके मिलना करोगे तो फिर बादशाह नूं कितनी खुशी प्राप्त होवेगी। बख्शे मन सब बहुर सवाए, बाज अमोलक जब लेह पाए। ते जदों ये अमोलक बाज जिहड़ा ना बादशाह नूं प्राप्त हो गया, जिहदे वास्ते मुगल सिखा मारिया गया, जदों अचानक ही ये अमोलक बाज बादशाह नूं प्राप्त होया, बादशाह खुश होवेगा, तेरा मरातबा वधा देवेगा, तेनू होर बहुत सारियां बख्शिशां जड़ियां ने वो बादशाह करनियां करेगा। तो टिग लश्कर है अब भारा, देहो फतेह मैदान मुजारा। ते कहन लगे सूबे नूं कि तेरे कोल बहुत सारा लश्कर है, बहुत सारियां फौजां ने, ते जाके मैदान दे विच जंग दे विच तू जाके जित प्राप्त करनी कर। हर गोविंद को जी गहने हैं,
वडो मरातब हजरत दे है। ਤੇ ਕਹਿਣ ਲੱਗਿਆ ਕਿ ਜੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਪਕੜ ਲੈਂਦੇ ਹੋ ਨਾ ਤੇ ਬਾਦਸ਼ਾਹ ਸ਼ਾਹਜਹਾਂ ਬਹੁਤ ਵੱਡਾ ਮਰਾਤਬਾ ਤੇਰਾ ਵਧਾ ਦੇਵੇਗਾ, ਬਹੁਤ ਸਾਰੇ ਤੈਨੂੰ ਪਦਾਰਥ ਵੀ ਬਾਦਸ਼ਾਹ ਦੇਵੇਗਾ, ਇੰਨਾ ਖੁਸ਼ ਹੋਵੇਗਾ ਬਾਦਸ਼ਾਹ। दुश्मन शाह जहाँ को पारो, सुधरे सब कारज जब मारो। ਤੇ ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਾਰਨਾ ਕਰੋਗੇ ਨਾ ਤੇ ਬਾਦਸ਼ਾਹ ਦਾ ਇਹ ਬੜਾ ਵੱਡਾ ਕਾਰਜ। ਸਤਿਗੁਰੂ ਜੀ ਬਾਦਸ਼ਾਹ ਦੇ ਬਹੁਤ ਵੱਡੇ ਦੁਸ਼ਮਣ ਨੇ, ਜਦੋਂ ਸਤਿਗੁਰੂ ਜੀ ਨੂੰ ਮਾਰ ਦੇਵੋਗੇ ਤੇ ਬਾਦਸ਼ਾਹ ਕਿੰਨਾ ਖੁਸ਼ ਹੋਵੇਗਾ। ਉਹਨਾਂ ਦਾ ਬਹੁਤ ਵੱਡਾ ਦੁਸ਼ਮਣ ਮਾਰਿਆ ਜਾਵੇਗਾ ਤੇ ਬਾਦਸ਼ਾਹ ਦੀ ਕਿੰਨੀ ਫਿਰ ਖੁਸ਼ੀ ਪ੍ਰਾਪਤ ਹੋਵੇਗੀ। अब्दुल खान कान सब सुन के, खान लावनी के मन गुन के। ਤੇ ਜਦੋਂ ਅਬਦੁਲ ਖਾਂ ਜਲੰਧਰ ਦੇ ਸੂਬੇ ਨੇ ਰਤਨ ਚੰਦ ਤੇ ਕਰਮ ਚੰਦ ਦੇ ਕੋਲੋਂ ਇਹ ਸਾਰੀਆਂ ਗੱਲਾਂ ਸੁਣੀਆਂ, ਉਸ ਵੇਲੇ ਇਹਨੇ ਵਿਚਾਰਿਆ ਇਹਦੇ ਵਿੱਚ ਨੁਕਸਾਨ ਕੀ ਹੈ ਤੇ ਇਹਦੇ ਵਿੱਚ ਲਾਭ ਕੀ ਹੈ, ਕਿ ਮੈਨੂੰ ਲਾਭ ਜ਼ਿਆਦਾ ਪ੍ਰਾਪਤ ਹੋਵੇਗਾ, ਨੁਕਸਾਨ ਮੇਰਾ ਘੱਟ ਹੋਵੇਗਾ। ਇਸ ਤਰ੍ਹਾਂ ਦੀਆਂ ਉਸ ਵੇਲੇ ਫਿਰ ਇਹਨੇ ਵਿਚਾਰਾਂ ਅਬਦੁਲ ਖਾਂ ਨੇ ਕਰਨੀਆਂ ਕੀਤੀਆਂ। निश्चय कीन गुरु को कहो, हजरत की प्रसन्नता लहो। ਉਸ ਵੇਲੇ ਇਹਨੇ ਇਹ ਵਿਚਾਰਨਾ ਕੀਤਾ ਕਿ ਹੁਣ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਪਕੜਾਂ ਤੇ ਬਾਦਸ਼ਾਹ ਸ਼ਾਹਜਹਾਂ ਦੀ ਪ੍ਰਸੰਨਤਾ, ਖੁਸ਼ੀ ਜਿਹੜੀ ਮੈਂ ਉਹ ਹਾਸਲ ਕਰਨੀ ਕਰਾਂ। ਇਹ ਫਿਰ ਬਾਦਸ਼ਾਹ ਦੀ ਖੁਸ਼ੀ ਹਾਸਲ ਕਰਨ ਦੇ ਲਈ ਆਪਣੀਆਂ ਫੌਜਾਂ ਨੂੰ ਤਿਆਰ ਕਰ ਗਏ। अर मम सखा काज ए आयो, करो भले चल के मन पायो। ਤੇ ਕਹਿਣ ਲੱਗਿਆ ਕਿ ਇਹ ਮੇਰਾ ਸਖਾ ਹੈ, ਮੇਰਾ ਮਿੱਤਰ ਹੈ। ਇਹ ਜਿਹੜਾ ਕਰਮ ਚੰਦ ਹੈ ਇਹ ਮੇਰਾ ਮਿੱਤਰ ਹੈ ਤੇ ਮੇਰੇ ਕੋਲ ਕਾਰਜ ਵਾਸਤੇ ਆਇਆ ਹੈ ਤੇ ਮੈਂ ਇਹਦਾ ਕਾਰਜ ਸਫਲਾ ਕਰਨਾ ਕਰਾਂ। ਮਿੱਤਰ ਦਾ ਤਾਂ ਲਾਭ ਹੈ ਜੇ ਉਹ ਮਿੱਤਰ ਦੇ ਕਿਸੇ ਕੰਮ ਆਉਂਦਾ ਹੈ, ਇਸ ਕਰਕੇ ਮੈਂ ਇਹਦੇ ਨਾਲ ਮਿੱਤਰਤਾ ਵੀ ਨਿਭਾਉਣੀ ਕਰਾਂ ਤੇ ਇਹਦੇ ਵਿੱਚ ਮੈਨੂੰ ਵੀ ਕੁਛ ਲਾਭ ਪ੍ਰਾਪਤ ਹੋ ਜਾਵੇਗਾ। लेकर बाज मिलो अब शाहू, पाओ बड़ मन सब तिस पाहू। ਤੇ ਬਾਜ ਲੈ ਕੇ ਜਿਸ ਵੇਲੇ ਮੈਂ ਬਾਦਸ਼ਾਹ ਸ਼ਾਹਜਹਾਂ ਨੂੰ ਮਿਲਾਂਗਾ ਨਾ, ਉਹਦੇ ਕੋਲੋਂ ਫਿਰ ਮੈਨੂੰ ਬੜਾ ਵੱਡਾ ਮਨਸਬ, ਬੜਾ ਵੱਡਾ ਮਰਾਤਬਾ ਪ੍ਰਾਪਤ ਹੋਵੇਗਾ। ਬਾਦਸ਼ਾਹ ਫਿਰ ਮੇਰੇ ਤੇ ਬੜੀਆਂ ਬਖਸ਼ਿਸ਼ਾਂ ਕਰਨੀਆਂ ਕਰੇਗਾ। औचक फतेह मोहे कहो पाई, क्यों ना लियो मैं अलप लड़ाई। ਤੇ ਜਲੰਧਰ ਦਾ ਸੂਬਾ ਅਬਦੁਲ ਖਾਂ ਸੋਚਦਾ ਹੈ ਕਿ ਖੁਦਾ ਨੇ, ਪਰਮੇਸ਼ਰ ਨੇ ਅਚਾਨਕ ਮੈਨੂੰ ਫਤਿਹ ਬਖਸ਼ ਦਿੱਤੀ ਹੈ ਤੇ ਮੈਂ ਕਿਉਂ ਇਹ ਫਤਿਹ ਨਾ ਪ੍ਰਾਪਤ ਕਰਨਾ ਕਰਾਂ। ਛੋਟੀ ਜੀ ਲੜਾਈ ਹੈ ਤੇ ਇਹਦੇ ਵਿੱਚੋਂ ਮੈਨੂੰ ਜਿੱਤ ਪ੍ਰਾਪਤ ਹੋਵੇਗੀ ਤੇ ਜਿੱਤ ਪ੍ਰਾਪਤ ਹੋ ਕੇ ਮੈਨੂੰ ਬੜਾ ਲਾਭ ਪ੍ਰਾਪਤ ਹੋਵੇਗਾ। ਇਸ ਤਰ੍ਹਾਂ ਦੀਆਂ ਵਿਚਾਰਾਂ ਉਸ ਵੇਲੇ ਅਬਦੁਲ ਖਾਂ ਨੇ ਕੀਤੀਆਂ। निज समीप के पूजन करे, सबिन कहियो अब क्या गुर लरे। ਤੇ ਕਹਿੰਦੇ ਜਿਹੜੇ ਇਹਦੇ ਨਜ਼ਦੀਕੀ ਸਨ ਅਬਦੁਲ ਖਾਂ ਦੇ, ਉਹਨਾਂ ਨੂੰ ਬੁਲਾਇਆ, ਉਹਨਾਂ ਦੇ ਕੋਲੋਂ ਵੀ ਪੁੱਛਿਆ ਤੇ ਉਹਨਾਂ ਨੇ ਇਹ ਜਵਾਬ ਦੇਣਾ ਕੀਤਾ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਹੁਣ ਤੁਹਾਡੇ ਨਾਲ ਕੀ ਲੜਨਾ ਕਰਨਗੇ। होते सिख बपुरे कुछ संग, हते गए सो कीनस जंग। ਤੇ ਜਿਹੜੇ ਇਹਦੇ ਨਜ਼ਦੀਕੀ ਸਨ ਅਬਦੁਲ ਖਾਂ ਦੇ, ਉਹ ਕਹਿਣ ਲੱਗੇ ਕਿ ਸਤਿਗੁਰੂ ਜੀ ਦੇ ਕੋਲ ਥੋੜ੍ਹੇ ਜਿਹੇ ਸਿੱਖ ਸਨ, ਉਹ ਤਕਰੀਬਨ ਅੰਮ੍ਰਿਤਸਰ ਦੀ ਜਿਹੜੀ ਜੰਗ ਹੋਈ ਨਾ ਲੋਹਗੜ੍ਹ ਦੀ, ਉਹਦੇ ਵਿੱਚ ਮਾਰੇ ਗਏ ਨੇ। ਹੁਣ ਸਤਿਗੁਰੂ ਜੀ ਦੇ ਕੋਲ ਕਿੰਨੇ ਕੁ ਹੋਣਗੇ, ਉਹ ਕਿਹੜੇ ਲੜਾਕੇ ਨੇ ਜਿਹੜੇ ਸਤਿਗੁਰੂ ਜੀ ਦੇ ਕੋਲ ਸਿੱਖ ਨੇ। दही खुदाए तोहे बड़ियाई, अब औचक विद आन बनाए। ਤੇ ਕਹਿਣ ਲੱਗੇ ਕਿ ਖੁਦਾ ਨੇ, ਪਰਮੇਸ਼ਰ ਨੇ ਤੈਨੂੰ ਵਡਿਆਈ ਬਖਸ਼ੀ ਹੈ। ਅਚਾਨਕ ਪਰਮੇਸ਼ਰ ਤੇਰੇ ਤੇ, ਅੱਲਾ ਤੇਰੇ ਤੇ ਖੁਸ਼ ਹੋ ਗਿਆ ਤੇ ਤੈਨੂੰ ਇਹ ਬਖਸ਼ਿਸ਼, ਤੈਨੂੰ ਇਹ ਵਡਿਆਈ ਦੇਣੀ ਚਾਹੁੰਦਾ ਹੈ ਪਰਮਾਤਮਾ ਪਰਮੇਸ਼ਰ। ਤੇ ਤੂੰ ਇਹ ਲੜਾਈ ਲੜ ਕੇ ਜੰਗ ਦੇ ਵਿੱਚੋਂ ਜਿੱਤ ਪ੍ਰਾਪਤ ਕਰਕੇ ਤੇ ਇਹ ਵਡਿਆਈ ਲੈਣਾ ਕਰ। दुश्मन हजरत को अत अहै, करह संघारन कै तिस गहै।
ਤੇ ਕਹਿਣ ਲੱਗੇ ਕਿ ਇਹ ਬਾਦਸ਼ਾਹ ਦਾ ਦੁਸ਼ਮਣ ਹੈ। ਜੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਨਾ, ਉਹਨਾਂ ਦੇ ਬਾਰੇ ਅਬਦੁੱਲ ਖਾਂ ਦੇ ਨਜ਼ਦੀਕੀ ਦੱਸਦੇ ਨੇ ਕਿ ਸਤਿਗੁਰੂ ਜੀ ਬਾਦਸ਼ਾਹ ਦੇ ਦੁਸ਼ਮਣ ਨੇ, ਤੇ ਜੇ ਸਤਿਗੁਰੂ ਜੀ ਨੂੰ ਪਕੜ ਲਿਆ ਜਾਂ ਸਤਿਗੁਰੂ ਜੀ ਨੂੰ ਮਾਰ ਦਿੱਤਾ ਤੇ ਬਾਦਸ਼ਾਹ ਕਿੰਨਾ ਖੁਸ਼ ਹੋਵੇਗਾ, ਕਿੰਨਾ ਪ੍ਰਸੰਨ ਹੋਵੇਗਾ ਤੇਰੇ ਤੇ। ਕਿਉ ਨਾ ਪ੍ਰਸੰਨ ਸ਼ਾਹ ਤਬ ਹੋਏ, ਤੁਝ ਕੋ ਹੈ ਸੁਖੇਨ ਅਬ ਸੋਏ। ਤੇ ਕਹਿਣ ਲੱਗੇ ਕਿ ਸੂਬੇ ਨੂੰ ਇਹ ਗੱਲ ਸਮਝਾਉਣ ਲੱਗੇ ਇਹਦੇ ਨਜ਼ਦੀਕੀ, ਤੇਰੇ ਵਾਸਤੇ ਇਹ ਕੰਮ ਬੜਾ ਸੁੱਖ ਹੈ, ਸੌਖੀ ਤੈਨੂੰ ਜੰਗ ਦੇ ਵਿੱਚੋਂ ਜਿੱਤ ਪ੍ਰਾਪਤ ਹੋ ਜਾਣੀ ਹੈ। ਤੇ ਜੇ ਤੂੰ ਬਾਦਸ਼ਾਹ ਦੀਆਂ ਖੁਸ਼ੀਆਂ ਲੈਣਾ ਚਾਹੁੰਦਾ ਨਾ, ਤੇ ਫਿਰ ਇਹ ਜੰਗ ਜ਼ਰੂਰ ਲੜਨਾ ਕਰ। ਕਿਆ ਬੁਝੋ ਚੜੀਐ ਅਬ ਤੂਰਨ, ਲੇਹੋ ਵਿਜੈ ਉਹੇ ਕਾਜ ਸੰਪੂਰਨ। ਤੇ ਇਹਦੇ ਨਜ਼ਦੀਕੀਆਂ ਨੇ ਇਹਨੂੰ ਇਹੋ ਹੀ ਸਲਾਹ ਦੇਣੀ ਕੀਤੀ ਕਿ ਤੂੰ ਸੋਚਾਂ ਕਿਉਂ ਸੋਚਦਾ ਹੈ, ਛੇਤੀ ਕਰ, ਫੌਜਾਂ ਲੈ ਕੇ ਚੜ੍ਹ ਕੇ ਜਾਣਾ ਕਰੀਏ, ਜੰਗ ਦੇ ਵਿੱਚੋਂ ਜਿੱਤ ਪ੍ਰਾਪਤ ਕਰਕੇ ਵਾਪਸ ਆਉਣਾ ਕਰੀਏ। ਇਸ ਤਰ੍ਹਾਂ ਦੇ ਇਹਦੇ ਜਿਹੜੇ ਸਲਾਹਕਾਰ ਸਨ, ਉਹਨਾਂ ਨੇ ਸੂਬੇ ਨੂੰ ਸਲਾਹ ਦੇਣੀ ਕੀਤੀ। ਸੁਨ ਮਸਲਤ ਕੋ ਨਿਜ ਸਾਥੀਨ, ਹਰ ਖੇਓ ਗਰਬਤ ਆਗਿਆ ਦੀਨ। ਤੇ ਜਦੋਂ ਇਹਨੇ ਆਪਣੇ ਸਾਥੀਆਂ ਦੀ ਮਸਲਤ, ਆਪਣੇ ਸਾਥੀਆਂ ਦੀ ਸਲਾਹ ਸੁਣੀ ਨਾ, ਤੇ ਜਲੰਧਰ ਦਾ ਸੂਬਾ ਅਬਦੁੱਲ ਖਾਂ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ। ਇਹਨੇ ਸੋਚਿਆ ਕਿ ਹੁਣ ਜਿੱਤ ਮੈਨੂੰ ਪ੍ਰਾਪਤ ਹੋਵੇਗੀ। ਇਹਨੇ ਉਸ ਵੇਲੇ ਤਿਆਰੀ ਕਰਨ ਵਾਸਤੇ ਆਗਿਆ ਦੇ ਦਿੱਤੀ, ਹੁਕਮ ਦੇ ਦਿੱਤਾ ਕਿ ਛੇਤੀ ਫੌਜਾਂ ਤਿਆਰ ਕਰਨਾ ਕਰੋ। ਚਰਨ ਹੇਤ ਦੁੰਦਕ ਵਜਵਾਇਓ, ਗੁਲਕਾਂ ਬਹੁ ਬਰੂਦ ਵਰਤਾਇਓ। ਜਲੰਧਰ ਦੇ ਸੂਬੇ ਨੇ ਉਸ ਵੇਲੇ ਚੜ੍ਹਾਈ ਕਰਨ ਦੇ ਲਈ ਨਗਾਰੇ ਤੇ ਦੋਰੀਆਂ ਚੋਬਾਂ ਲਵਾ ਦਿੱਤੀਆਂ, ਤੇ ਬੰਦੂਕਾਂ ਤੇ ਬਰੂਦ ਆਦਿਕ ਹੋਰ ਜਿਹੜੇ ਸ਼ਸਤਰ ਸਨ ਫੌਜਾਂ ਨੂੰ ਇਹਨੇ ਵਰਤਾਉਣੇ ਕੀਤੇ। ਜੋ ਜਿਸ ਚਾਹੀਐ ਸੋ ਸਭ ਦੀਜੈ, ਸੈਨਾ ਸਰਬ ਤਿਆਰ ਕਰ ਲੀਜੈ। ਤੇ ਕਹਿੰਦੇ ਫਿਰ ਉਸ ਵੇਲੇ ਇਹਨੇ ਹੁਕਮ ਦੇਣਾ ਕੀਤਾ ਕਿ ਜੋ ਕਿਸੇ ਨੂੰ ਚਾਹੀਦਾ, ਕਿਸੇ ਨੂੰ ਘੋੜਾ ਚਾਹੀਦਾ, ਕਿਸੇ ਨੂੰ ਸ਼ਸਤਰ ਚਾਹੀਦੇ ਨੇ, ਉਹ ਦੇਣਾ ਕਰੋ, ਤੇ ਸਾਰੀਆਂ ਫੌਜਾਂ ਨੂੰ ਛੇਤੀ ਨਾਲ ਤਿਆਰ ਕਰਨਾ ਕਰੋ। ਇਤ ਉਤ ਮਾਨਵ ਸ਼ੀਘਰ ਪਲਾਏ, ਹਿਤ ਤਿਆਰੀ ਦੁੰਦਕ ਵਜਵਾਏ। ਤੇ ਜਿਹੜੇ ਮਨੁੱਖ ਸਨ ਇੱਧਰ ਉੱਧਰ ਫੌਜਾਂ ਦੇ ਵਿੱਚ ਵਿਚਰੇ, ਇਹਨਾਂ ਨੇ ਫਿਰ ਉਸ ਵੇਲੇ ਫੌਜਾਂ ਦੀ ਤਿਆਰੀ ਕਰਵਾਉਣੀ ਕੀਤੀ, ਨਗਾਰਿਆਂ ਦੇ ਉੱਤੇ ਚੋਭਾਂ ਲਵਾਉਣੀਆਂ ਕੀਤੀਆਂ। ਸੈਨਾ ਤਤ ਸਭ ਨਿਕਟ ਹਕਾਰੇ, ਸਨਮਾਨਤ ਮ੍ਰਿਤ ਬਾਗ ਉਚਾਰੇ। ਤੇ ਅਬਦੁੱਲ ਖਾਨ ਨੇ ਆਪਣੀਆਂ ਫੌਜਾਂ ਦੇ ਜਿਹੜੇ ਸੈਨਾਪਤੀ ਸਨ ਉਹਨਾਂ ਨੂੰ ਬੁਲਾਇਆ, ਉਹਨਾਂ ਨੂੰ ਬੜਾ ਸਨਮਾਨ ਦਿੱਤਾ, ਬੜਾ ਉਹਨਾਂ ਨੂੰ ਇਹਨੇ ਆਦਰ ਦੇਣਾ ਕੀਤਾ। ਸ਼ਸਤਰ ਵਸਤਰ ਬਖਸ਼ਿਓ ਸਮੁਦਾਏ, ਚੜ੍ਹੋ ਸਕਲ ਹੀ ਬਿਲਮ ਬੁਲਾਏ। ਉਹਨਾਂ ਨੂੰ ਇਹਨੇ ਸ਼ਸਤਰ ਬਸਤਰ ਜਿਹੜੇ ਸਨ ਉਹ ਬਖਸ਼ੇ, ਤੇ ਹੁਕਮ ਦੇ ਦਿੱਤਾ ਕਿ ਬਿਨਾਂ ਕਿਸੇ ਦੇਰੀ ਤੋਂ ਛੇਤੀ ਫੌਜਾਂ ਤਿਆਰ ਕਰਕੇ ਚੜ੍ਹਾਈ ਕਰਨਾ ਕਰੋ। ਤਰਕਸ਼ ਸੁਤੋਮਰ ਧਨੁਖ ਸੰਭਾਰੇ, ਤੁਪਕ ਤਮਾਚੇ ਗਜ਼ਬ ਗੁਜਾਰੇ। ਕਹਿੰਦੇ ਉਸ ਵੇਲੇ ਬੰਦੂਕਾਂ ਤੇ ਤੀਰ ਕਮਾਨ ਆਦਿਕ, ਤੀਰਾਂ ਦੇ ਪੱਥੇ, ਇਹਨਾਂ ਨੇ ਸਭ ਕੁਝ ਸੰਭਾਲਣੇ ਕੀਤੇ। ਉਸ ਵੇਲੇ ਜਿਹੜੇ ਪੱਤੇ ਸਨ ਤੀਰਾਂ ਦੇ ਉਹ ਆਪਣੇ ਕੰਧੇ ਦੇ ਨਾਲ ਲਾਉਣੇ ਕੀਤੇ, ਤੀਰ ਕਮਾਨ ਸੰਭਾਲੇ, ਬੰਦੂਕਾਂ ਜਿਹੜੀਆਂ ਸਨ ਇਹਨਾਂ ਨੇ ਸੰਭਾਲਣੀਆਂ ਕੀਤੀਆਂ। ਗੁਲਕਾਂ ਗਨ ਬਰੂਦ ਮਨ ਭਾਈ, ਲੈ ਲੈ ਸੁਪਟ ਤਿਆਰ ਸਮੁਦਾਈ। ਕਹਿੰਦੇ ਜਿੰਨੀਆਂ ਇਹਨਾਂ ਨੂੰ ਬੰਦੂਕਾਂ ਦੀਆਂ ਗੋਲੀਆਂ ਚਾਹੀਦੀਆਂ ਸਨ, ਬਰੂਦ ਚਾਹੀਦਾ ਸੀ, ਇਹਨੇ ਮਨ ਭਾਉਂਦਾ ਇਹਨਾਂ ਨੇ ਲਿਆ, ਤੇ ਉਸ ਵੇਲੇ ਇੱਥੋਂ ਜੰਗ ਕਰਨ ਵਾਸਤੇ ਇਹਨਾਂ ਨੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਭਾਂਤ ਭਾਂਤ ਕੇ ਖੜਗ ਬਿਲੰਦੇ, ਮੁਸ਼ਟਨ ਲਿਪ ਚਾਮੀ ਕਰ ਬ੍ਰਿੰਦੇ। ਤੇ ਭਾਂਤ ਭਾਂਤ ਦੇ ਤਰ੍ਹਾਂ ਤਰ੍ਹਾਂ ਦੀਆਂ ਤਲਵਾਰਾਂ, ਕਿਸੇ ਦੇ ਚਾਂਦੀ ਦੇ ਮੁੱਠੇ, ਕਿਸੇ ਦੇ ਲੋਹੇ ਦੇ ਮੁੱਠੇ, ਤੇ ਕਿਸੇ ਦੇ ਸੋਨੇ ਦੇ ਮੁੱਠੇ। ਕਹਿੰਦੇ ਵੱਖਰੇ ਵੱਖਰੇ ਤਰ੍ਹਾਂ ਦੀਆਂ ਬੜੀਆਂ ਮਹਿੰਗੀਆਂ ਮਹਿੰਗੀਆਂ ਤਲਵਾਰਾਂ ਇਹਨਾਂ ਨੇ ਵੰਡਣੀਆਂ ਕੀਤੀਆਂ। ਬਹੁਤ ਮੋਲ ਕੀ ਸਿਪਰ ਸੰਭਾਰੀ, ਭਇਓ ਸਨਦ ਬਦ ਦਲ ਭਾਰੀ। ਤੇ ਦਲ ਜਿਹੜਾ ਸੀ ਕਹਿੰਦੇ ਸਨਦ ਬਦ ਤਿਆਰ ਬਰ ਤਿਆਰ ਹੋਇਆ,
ਤੇ ਬਹੁਤ ਮੁੱਲ ਦੀਆਂ ਇਹਨਾਂ ਨੇ ਢਾਲਾਂ ਜਿਹੜੀਆਂ ਸਨ ਉਹਨਾਂ ਦੀ ਸੰਭਾਲ ਕੀਤੀ, ਆਪਣੇ ਕੰਧੇ ਤੇ ਲਾਉਣੀਆਂ ਕੀਤੀਆਂ। ਅਬਦੁਲ ਖਾਨ ਅਦਿਗ ਉਤਸ਼ਾਹੂ ਇਕ ਸੈਨਾ ਉਰ ਜੰਗ ਤੁਮਾਹੂ। ਤੇ ਜਿਹੜਾ ਅਬਦੁਲ ਖਾਨ ਸੀ ਉਹਦੇ ਮਨ ਦੇ ਵਿੱਚ ਬੜਾ ਉਤਸ਼ਾਹ ਹੈ। ਜਦੋਂ ਫੌਜਾਂ ਨੂੰ ਵੇਖਦਾ ਹੈ, ਅਬਦੁਲ ਖਾਨ ਆਪਣੇ ਦਲ ਨੂੰ ਵੇਖਦਾ ਹੈ, ਵੇਖ ਵੇਖ ਕੇ ਖੁਸ਼ ਹੁੰਦਾ ਹੈ, ਵੇਖ ਵੇਖ ਕੇ ਪ੍ਰਸੰਨ ਹੁੰਦਾ ਹੈ ਕਿ ਇਸ ਜੰਗ ਦੇ ਵਿੱਚ ਮੈਨੂੰ ਜਿੱਤ ਪ੍ਰਾਪਤ ਹੋਵੇਗੀ। ਮੈਂ ਸਤਿਗੁਰੂ ਜੀ ਨੂੰ ਜਾਂ ਪਕੜ ਕੇ ਲੈ ਕੇ ਆਵਾਂਗਾ ਜਾਂ ਸਤਿਗੁਰੂ ਜੀ ਨੂੰ ਮਾਰ ਦੇਵਾਂਗਾ ਤੇ ਬਾਜ ਜਿਹੜਾ ਉਹ ਮੈਂ ਲੈ ਕੇ ਬਾਦਸ਼ਾਹ ਸ਼ਾਹਜਹਾਂ ਕੋਲ ਜਾਵਾਂਗਾ। ਬਾਦਸ਼ਾਹ ਸ਼ਾਹਜਹਾਂ ਮੇਰੇ ਤੇ ਬੜਾ ਪ੍ਰਸੰਨ ਹੋ ਜਾਵੇਗਾ, ਖੁਸ਼ ਹੋ ਜਾਵੇਗਾ। ਇਸ ਤਰ੍ਹਾਂ ਆਪਣੀਆਂ ਫੌਜਾਂ ਨੂੰ ਵੇਖ ਵੇਖ ਕੇ ਅਬਦੁਲ ਖਾਨ ਬੜਾ ਖੁਸ਼ ਹੁੰਦਾ ਹੈ। ਦਲ ਜੁਤ ਕਿਆ ਗੁਰ ਹਮਰੇ ਆਗੇ ਗਹੇ ਕੇ ਮਾਰ ਜੇ ਨਹਿ ਭਾਗੇ। ਤੇ ਅਬਦੁਲ ਖਾਨ ਕਹਿਣ ਲੱਗਿਆ ਕਿ ਜਿੰਨੀਆਂ ਮੇਰੇ ਕੋਲ ਫੌਜਾਂ ਨੇ, ਮੇਰੇ ਅੱਗੇ ਸਤਿਗੁਰੂ ਜੀ ਅਟਕ ਨਹੀਂ ਸਕਦੇ। ਜਾਂ ਤੇ ਪਕੜ ਲਵਾਂਗੇ ਜਾਂ ਸਤਿਗੁਰੂ ਜੀ ਨੂੰ ਮਾਰ ਦੇਵਾਂਗੇ। ਜੇ ਉਹ ਦੌੜ ਨਾ ਗਏ ਤੇ ਫਿਰ ਇਹ ਦੋਨਾਂ ਦੇ ਵਿੱਚੋਂ ਇੱਕ ਮੈਂ ਜ਼ਰੂਰ ਕਰਨਾ ਕਰਾਂਗਾ। ਨਿਕਸਿਓ ਵਹਿਰ ਬੰਬ ਵਜਵਾਈ ਚੜੀ ਬਾਹਨੇ ਹੋਏ ਸਮੁਦਾਈ। ਜਲੰਧਰ ਦਾ ਸੂਬਾ ਜਿਹੜਾ ਸੀ ਆਪਣੇ ਘਰ ਤੋਂ ਬਾਹਰ ਨਿਕਲਿਆ। ਕਹਿੰਦੇ ਉਸ ਵੇਲੇ ਘੋੜੇ ਤੇ ਅਸਵਾਰ ਹੋਇਆ, ਨਗਾਰਿਆਂ ਦੇ ਉੱਤੇ ਚੋਭਾਂ ਲਵਾਉਣੀਆਂ ਕੀਤੀਆਂ, ਆਪਣੀਆਂ ਫੌਜਾਂ ਨੂੰ ਤਿਆਰ ਕਰਕੇ ਇਹ ਉਸ ਵੇਲੇ ਰੋਹੀਲੇ ਨਗਰ ਨੂੰ ਚੱਲ ਪੈਂਦਾ। ਜਥਾ ਘਟਾ ਪ੍ਰੇਰੀ ਵੱਡ ਪੌਨ ਬਾਜਤ ਬਜਤ ਗਰਜਨਾ ਤੌਨ। ਕਹਿੰਦੇ ਜਿਵੇਂ ਆਕਾਸ਼ ਦੇ ਵਿੱਚ ਬੱਦਲ ਚੜ੍ਹਦਾ ਨਾ ਤੇ ਉਹ ਗਰਜਦਾ। ਕਹਿੰਦੇ ਇਸੇ ਤਰ੍ਹਾਂ ਇਹਦੀਆਂ ਫੌਜਾਂ ਸਨ ਜਲੰਧਰ ਦੇ ਸੂਬੇ ਦੀਆਂ। ਨਗਾਰੇ ਵੱਜਦੇ ਸਨ, ਬੰਦੂਕਾਂ ਦੀਆਂ ਗੋਲੀਆਂ ਚੱਲਦੀਆਂ ਸਨ। ਜਿਵੇਂ ਬੱਦਲਾਂ ਦੀ ਘਟਾ ਚੜ੍ਹਦੀ ਹੈ ਉਸੇ ਤਰ੍ਹਾਂ ਇਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਪਕੜਨ ਦੇ ਲਈ ਜਾਂ ਸਤਿਗੁਰੂ ਜੀ ਨੂੰ ਮਾਰਨ ਵਾਸਤੇ ਫੌਜਾਂ ਲੈ ਕੇ ਚੜ੍ਹਿਆ। ਚਮਕੇ ਸ਼ਸਤਰ ਚੰਚਲਾ ਮਾਨੋ ਗੁਲਕਾ ਔਰੇ ਭਰੇ ਮਹਾਨੋ। ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੇ ਇਹਨਾਂ ਦੇ ਸ਼ਸਤਰ ਚਮਕਦੇ ਨੇ ਉਹ ਬਿਜਲੀ ਚਮਕਦੀ ਹੈ ਤੇ ਜਿਹੜੀਆਂ ਬੰਦੂਕਾਂ ਦੇ ਵਿੱਚੋਂ ਗੋਲੀਆਂ ਨਿਕਲਦੀਆਂ ਨੇ ਨਾ ਉਹ ਇਸ ਤਰ੍ਹਾਂ ਲੱਗਦੀਆਂ ਨੇ ਕਿ ਜਿਵੇਂ ਧਰਤੀ ਦੇ ਉੱਤੇ ਗੜੇ ਪੈਂਦੇ ਹੋਣ। ਸਿੱਖਨ ਕੋ ਦਲ ਪਾਕੇ ਉਹ ਖੇਤ ਚਲੇ ਤਹਾਂ ਬਰਸਨ ਕੇ ਹੇਤ। ਤੇ ਕਹਿੰਦੇ ਜਿਵੇਂ ਖੇਤ ਪੱਕਿਆ ਹੁੰਦਾ, ਪੱਕੇ ਖੇਤ ਦੇ ਉੱਤੇ ਜਿਸ ਵੇਲੇ ਬਰਸਾਤ ਹੁੰਦੀ ਹੈ, ਜਿਸ ਵੇਲੇ ਗੜੇ ਪੈਂਦੇ ਨੇ ਉਹ ਖੇਤ ਖਤਮ ਹੋ ਜਾਂਦਾ ਹੈ। ਇਹਨਾਂ ਦੇ ਸਾਹਮਣੇ ਜਿਹੜੇ ਸਿੱਖ ਸਨ ਉਹ ਪੱਕਿਆ ਹੋਇਆ ਖੇਤ ਸੀ ਤੇ ਸਿੱਖਾਂ ਦੇ ਉੱਤੇ ਚੜ੍ਹਾਈ ਕਰਕੇ ਇਹ ਜਲੰਧਰ ਤੋਂ ਚੱਲ ਪੈਂਦੇ ਨੇ। ਗੁਰ ਕੇ ਬਾਣ ਵਿਪਰਜੈ ਵਾਯੂ ਜੋ ਸਨਮੁਖ ਚਲ ਦੇਹ ਉਡਾਯੂ। ਤੇ ਜਿਸ ਤਰ੍ਹਾਂ ਜਦੋਂ ਬੜਾ ਬੱਦਲ ਚੜ੍ਹਦਾ ਉਸ ਵੇਲੇ ਕੀ ਹੁੰਦਾ ਹੈ ਕਿ ਹਨੇਰੀ ਚੱਲ ਪੈਂਦੀ ਹੈ। ਹਨੇਰੀ ਚੱਲ ਜਾਵੇ ਤੇ ਬੱਦਲ ਸਾਰਾ ਉੱਡ ਜਾਇਆ ਕਰਦਾ। ਕਹਿੰਦੇ ਕਿ ਸਤਿਗੁਰੂ ਜੀ ਦੇ ਜਿਹੜੇ ਤੀਰ ਨੇ ਉਹ ਉਲਟੀ ਹਵਾ ਦੇ ਨਿਆਈ ਨੇ। ਜਦੋਂ ਸਤਿਗੁਰੂ ਜੀ ਦੇ ਤੀਰ ਚੱਲਣਗੇ ਉਹਨਾਂ ਦੇ ਸਾਹਮਣੇ ਇਹਨਾਂ ਦੀਆਂ ਫੌਜਾਂ ਟਿਕ ਨਹੀਂ ਸਕਣਗੀਆਂ। ਇਹ ਉਸ ਵੇਲੇ ਕਵੀ ਜੀ ਇਹਨਾਂ ਦਾ ਅਨੁਮਾਨ ਲਾ ਕੇ ਦੱਸਦੇ ਨੇ ਕਿ ਇਹਨਾਂ ਦੀ ਇਹੋ ਜਿਹੀ ਹਾਲਤ ਹੈ। ਚਲਿਓ ਬੀਗ ਕਰ ਲਸ਼ਕਰ ਭਾਰੋ ਉਤਸ਼ਾਹਤ ਬੋਲਤ ਗੁਰ ਮਾਰੋ। ਤੇ ਬੜੇ ਉਤਸ਼ਾਹ ਦੇ ਨਾਲ ਇਹ ਜਲੰਧਰ ਦਾ ਸੂਬਾ 15,000 ਫੌਜਾਂ ਲੈ ਕੇ ਜਲੰਧਰ ਤੋਂ ਸਤਿਗੁਰੂ ਜੀ ਨੂੰ ਪਕੜਨ ਵਾਸਤੇ ਚੱਲਿਆ। ਮਨ ਦੇ ਵਿੱਚ ਬੜਾ ਉਤਸ਼ਾਹ ਹੈ, ਬੜੀ ਖੁਸ਼ੀ ਹੈ। ਉਸ ਵੇਲੇ ਮਾਰ ਲਓ ਕਰਦੇ ਹੋਏ ਇੱਥੋਂ ਜਲੰਧਰ ਤੋਂ ਨਿਕਲਦੇ ਨੇ। ਭਏ ਸਗੁਨ ਮੰਦੇ ਅਗਲੋਕ ਸਿਆਣੇ ਦਿਲ ਮੈਂ ਧਾਰਤ ਸ਼ੋਕ। ਕਹਿੰਦੇ ਜਿਸ ਵੇਲੇ ਇਹ ਜਲੰਧਰ ਤੋਂ ਨਿਕਲੇ ਨਾ ਉਸ ਵੇਲੇ ਸ਼ਗਨ ਕਿਹੋ ਜਿਹੇ ਹੁੰਦੇ ਨੇ, ਸਾਰੇ ਹੀ ਮਾੜੇ ਸ਼ਗਨ ਹੋਏ। ਜਿਹੜੇ ਸਿਆਣੇ ਇਹਦੀਆਂ ਫੌਜਾਂ ਦੇ ਵਿੱਚ ਸਨ ਕਹਿੰਦੇ ਉਸ ਵੇਲੇ ਉਹਨਾਂ ਦੇ ਮਨ ਨੂੰ ਬੜਾ ਦੁੱਖ ਲੱਗਿਆ ਕਿ ਸੂਬਾ ਫੌਜਾਂ ਲੈ ਕੇ ਤੇ ਚੱਲਿਆ, ਪਰ ਇਸ ਤਰ੍ਹਾਂ ਲੱਗਦਾ ਕਿ ਇਹ ਵਾਪਸ ਨਹੀਂ ਆਵੇਗਾ। ਉਹਨਾਂ ਨੇ ਅਨੁਮਾਨ ਲਾ ਲਿਆ ਜਿਹੜੇ ਸਿਆਣੇ ਮਨੁੱਖ ਸਨ, ਪਰ ਸੂਬੇ ਦੇ ਅੰਦਰ ਬੜਾ ਹੰਕਾਰ ਸੀ। ਇਹ ਆਪਣੀਆਂ ਫੌਜਾਂ ਨੂੰ ਵੇਖ ਵੇਖ ਕੇ ਖੁਸ਼ ਹੋਈ ਜਾਂਦਾ ਸੀ। ਸਮੁਖ ਬਾਇ ਮ੍ਰਿਗ ਮਾਲ ਕੁਫੇਰੀ
ਹੈ ਰੋਦਤ ਬ੍ਰਿਗ ਅਸ਼ਰੂ ਗੇਰੀ। ਕਹਿੰਦੇ ਘੋੜੇ ਜਿਹੜੇ ਸਨ ਉਹ ਰੋਂਦੇ ਹੋਏ ਨਜ਼ਰ ਆਉਂਦੇ ਨੇ। ਮਿਰਗਾਂ ਦੀਆਂ ਡਾਰਾਂ ਜਿਹੜੀਆਂ ਨੇ ਇਹਨਾਂ ਦੇ ਸੱਜੇ ਪਾਸਿਓਂ ਦੀ ਲੰਘਦੀਆਂ ਨੇ। ਹਵਾ ਜਿਹੜੀ ਸੀ ਕੋਫੇਰੀ ਚੱਲਦੀ ਹੈ, ਜਿਸ ਪਾਸੇ ਨੂੰ ਜਾਂਦੇ ਨੇ ਅੱਗੋਂ ਦੀ ਹਵਾ ਚੱਲਦੀ ਹੈ। ਸਿਰ ਪਰ ਬਾਇਸ ਗੀਤ ਭਰਮਾਵੈ, ਸ਼ਿਵਾ ਅਸ਼ਿਵਾ ਪੁਕਾਰਤ ਆਵੈ। ਤੇ ਇਹਨਾਂ ਦੇ ਸਿਰ ਦੇ ਉੱਤੇ ਕਾਂ ਤੇ ਗਿਰਜਾਂ ਆਦਿਕ ਭਰਮਦੀਆਂ ਉੱਡਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਗਿੱਦੜ ਤੇ ਗਿੱਦੜੀਆਂ ਜਿਹੜੀਆਂ ਨੇ ਉਹਨਾਂ ਦੇ ਹਵਾਂਕਣ ਦੀ ਆਵਾਜ਼ ਜਿਹੜੀ ਇਹਨਾਂ ਦੇ ਕੰਨਾਂ ਦੇ ਵਿੱਚ ਪੈਂਦੀ ਹੈ। ਗ੍ਰਹਿ ਅਚਾਨਕ ਚਾਲਕ ਘੋਰੇ, ਮਨ ਸੂਰਨ ਕੇ ਮਲਿਨ ਅਥੋਰੇ। ਤੇ ਕਹਿੰਦੇ ਉਸ ਵੇਲੇ ਘੋੜੇ ਕਹਿੰਦੇ ਬੜੇ ਇਸ ਤਰ੍ਹਾਂ ਟੱਠੇ ਹੋਏ ਦਿਲ ਦੇ ਨਾਲ ਚੱਲਦੇ ਨੇ। ਇਹਨਾਂ ਦਾ ਚਿੱਤ ਨਹੀਂ ਕਰਦਾ ਘੋੜਿਆਂ ਦਾ ਅੱਗੇ ਚੱਲਣ ਵਾਸਤੇ। ਕਹਿੰਦੇ ਇਹੋ ਜਿਹੇ ਸਾਰੇ ਹੀ ਅਪਸ਼ਗਨ ਹੋਏ ਜਿਸ ਵੇਲੇ ਇਹ ਜਲੰਧਰ ਦਾ ਸੂਬਾ ਆਪਣੀਆਂ ਫੌਜਾਂ ਨੂੰ ਲੈ ਕੇ ਸਤਿਗੁਰੂ ਜੀ ਦੇ ਉੱਤੇ ਚੜ੍ਹਾਈ ਕਰਦਾ। ਮਿਲਿਓ ਕਾਠ ਕੋ ਭਾਰ ਅਗਾਰੀ, ਹਰ ਬੋਲਿਓ ਮ੍ਰਿਤ ਸੂਚਤ ਭਾਰੀ। ਤੇ ਕਹਿੰਦੇ ਗਧਾ ਬੋਲਿਆ। ਜਦੋਂ ਕਿਤੇ ਕੋਈ ਚੱਲਦਾ ਤੇ ਕਹਿੰਦੇ ਗਧਾ ਬੋਲਦਾ, ਉਹ ਮੰਨਿਆ ਜਾਂਦਾ ਕਿ ਮੌਤ ਦੀ ਸੂਚੀ ਦਿੰਦਾ ਹੈ। ਅੱਗੋਂ ਕਹਿੰਦੇ ਕੁਝ ਇਸਤਰੀਆਂ ਮਿਲਦੀਆਂ ਨੇ ਜਿਨ੍ਹਾਂ ਨੇ ਆਪਣੇ ਸਿਰ ਦੇ ਉੱਤੇ ਸੁੱਕੀਆਂ ਲੱਕੜਾਂ ਚੁੱਕੀਆਂ ਨੇ, ਉਹ ਵੀ ਅੱਗੋਂ ਦੀ ਮਿਲਦੀਆਂ ਨੇ। ਧੁੰਦਬ ਨਾਚ ਲਬ ਮਲੀਨਾ, ਜਾਤ ਲੀਏ ਮਿਰਤਕ ਸਭ ਚੀਨਾ। ਤੇ ਜਿਸ ਵੇਲੇ ਨਗਾਰੇ ਤੇ ਚੁੱਭ ਲਾਉਂਦੇ ਨੇ, ਨਗਾਰਾ ਵੀ ਚੰਗੀ ਤਰ੍ਹਾਂ ਵੱਜਦਾ ਨਹੀਂ। ਕਹਿੰਦੇ ਇਸ ਤਰ੍ਹਾਂ ਲੱਗਦਾ ਕਿ ਇਹ ਜਿੰਨੇ ਵੀ ਫੌਜ ਲੈ ਕੇ ਚੱਲੇ ਨੇ, ਜਿਹੜੇ ਸਤਿਗੁਰੂ ਜੀ ਦੇ ਉੱਤੇ ਚੜ੍ਹਾਈ ਕਰਕੇ ਸਤਿਗੁਰੂ ਜੀ ਨੂੰ ਪਕੜਨ ਵਾਸਤੇ ਚੱਲੇ ਨੇ, ਇਹਨਾਂ ਦੇ ਵਿੱਚੋਂ ਕੋਈ ਵਾਪਸ ਨਹੀਂ ਮੁੜੇਗਾ। ਰਤਨ ਚੰਦ ਢਿਗ ਅਬਦੁਲ ਖਾਨ, ਕਰਮ ਚੰਦ ਚੰਦੂ ਸਤ ਜਾਨ। ਤੇ ਕਹਿੰਦੇ ਚੰਦੂ ਦਾ ਪੁੱਤਰ ਕਰਮ ਚੰਦ ਤੇ ਰਤਨ ਚੰਦ ਘੇਰੜ ਭਗਵਾਨ ਦਾਸ ਦਾ ਪੁੱਤਰ, ਕਹਿੰਦੇ ਇਹ ਦੋਨੋਂ ਅਬਦੁਲ ਖਾਂ ਦੇ ਨਾਲ ਨੇ। ਬੂਝਤ ਕਿਤਕ ਕੋਟ ਕਰ ਲੀਨ, ਸੰਗ ਕਿਤਕ ਦਲ ਦੇਖਨ ਕੀਨ। ਉਸ ਵੇਲੇ ਅਬਦੁਲ ਖਾਂ ਇਹਨਾਂ ਦੋਨਾਂ ਨੂੰ ਪੁੱਛਦਾ ਹੈ ਕਿ ਸਤਿਗੁਰੂ ਜੀ ਨੇ ਕਿੰਨੀਆਂ ਕੁ ਕੰਧਾਂ ਕੀਤੀਆਂ, ਕਿੰਨਾ ਕੁ ਕਿਲ੍ਹਾ ਬਣਾ ਲਿਆ, ਸਤਿਗੁਰੂ ਜੀ ਦੀ ਕਿੰਨੀ ਕੁ ਤਿਆਰੀ ਹੈ ਜੰਗ ਲੜਨ ਦੀ। ਇਹ ਦੋਨਾਂ ਦੇ ਕੋਲੋਂ ਅਬਦੁਲ ਖਾਂ ਪੁੱਛਣਾ ਕਰਦਾ। ਕਹਿਣ ਲਗਿਓ ਕਿਆ ਤੁਮਰੇ ਆਗੇ, ਮੈਂ ਜਾਣੀ ਮਨ ਪਿਗ ਗੁਰ ਭਾਗੇ। ਕਹਿੰਦੇ ਰਤਨ ਚੰਦ ਕਹਿਣ ਲੱਗਿਆ ਕਿ ਸਤਿਗੁਰੂ ਜੀ ਤੇਰੇ ਅੱਗੇ ਕੀ ਨੇ। ਮੈਨੂੰ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਵੇਲੇ ਪਤਾ ਲੱਗ ਗਿਆ ਨਾ ਜਲੰਧਰ ਦਾ ਸੂਬਾ ਚੜ੍ਹ ਕੇ ਆ ਗਿਆ ਫੌਜਾਂ ਲੈ ਕੇ, ਸਤਿਗੁਰੂ ਜੀ ਉੱਥੋਂ ਭੱਜ ਜਾਣਗੇ, ਦੌੜ ਜਾਣਗੇ, ਉੱਥੇ ਟਿਕ ਨਹੀਂ ਸਕਣਗੇ ਸਤਿਗੁਰੂ ਜੀ। ਆਟੇ ਬਿਖੈ ਲੋਨ ਅਨੁਮਾਨਾ, ਮਿਹਰ ਖੁਦਾਏ ਆਪ ਪਰ ਜਾਨਾ। ਤੇ ਰਤਨ ਚੰਦ ਕਹਿਣ ਲੱਗਿਆ ਕਿ ਪ੍ਰਮਾਤਮਾ ਨੇ, ਪਰਮੇਸ਼ਰ ਨੇ, ਅੱਲਾ ਨੇ ਤੇਰੇ ਤੇ ਮਿਹਰ ਕੀਤੀ ਹੈ। ਸਤਿਗੁਰੂ ਜੀ ਤੇ ਸਤਿਗੁਰੂ ਜੀ ਦੀਆਂ ਫੌਜਾਂ ਤੇ ਇਸ ਤਰ੍ਹਾਂ ਨੇ ਜਿਵੇਂ ਆਟੇ ਦੇ ਵਿੱਚ ਲੂਣ ਹੋਇਆ ਕਰਦਾ, ਇੰਨੀ ਕੁ ਉਹਨਾਂ ਦੀ ਗਿਣਤੀ ਹੈ। ਚਲਿਓ ਬੇਗ ਤੇ ਲਸ਼ਕਰ ਭਾਰਾ, ਜਿਉ ਸਲਤਾਬਤ ਤਜਿਓ ਕਿਨਾਰਾ। ਕਹਿੰਦੇ ਬੜੇ ਬੇਗ ਦੇ ਨਾਲ ਲਸ਼ਕਰ ਫੌਜਾਂ ਚੱਲੀਆਂ, ਜਿਵੇਂ ਕਹਿੰਦੇ ਦਰਿਆ ਜਿਹੜਾ ਹੈ ਨਾ ਉਹ ਜ਼ਿਆਦਾ ਭਰ ਜਾਵੇ ਤੇ ਕਿਨਾਰਿਆਂ ਤੋਂ ਉਛਲ ਜਾਵੇ। ਕਹਿੰਦੇ ਇਸ ਤਰ੍ਹਾਂ ਇਹ ਫੌਜਾਂ ਜਾਂਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਉਛਰਿਓ ਬਾਢ ਰੰਗ ਜੁਤ ਜਾਵੇ, ਇਸ ਪ੍ਰਕਾਰ ਸੋ ਨਦਰੀ ਆਵੇ। ਜਿਸ ਤਰ੍ਹਾਂ ਦਰਿਆ ਉਛਲ ਜਾਂਦਾ ਹੈ ਕਿਨਾਰਿਆਂ ਤੋਂ ਤੇ ਬੜੀ ਤੇਜ਼ੀ ਦੇ ਨਾਲ ਚੱਲਦਾ ਹੈ ਪਾਣੀ ਦਰਿਆ ਦਾ, ਕਹਿੰਦੇ ਇਸ ਤਰ੍ਹਾਂ ਅਬਦੁਲ ਖਾਂ ਆਪਣੀਆਂ ਫੌਜਾਂ ਨੂੰ ਲੈ ਕੇ ਰੋਹੇਲੇ ਨਗਰ ਨੂੰ ਤੁਰਿਆ ਜਾਂਦਾ ਹੈ। ਜਰਾ ਸਿੰਧ ਜਨ ਮੀਤ ਬੁਲਾਇਓ, ਕਾਲ ਜਮਨ ਦਲ ਬੜ ਜੁਗ ਧਾਇਓ। ਕਹਿੰਦੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਜਰਾ ਸਿੰਧ ਆਪਣੇ ਮਿੱਤਰ ਨੂੰ ਕਿਸੇ ਨੇ ਬੁਲਾਇਆ ਹੋਵੇ। ਤੇ ਕਹਿੰਦੇ ਕਾਲ ਜਮਨ ਦੇ ਨਾਲ ਜਿਵੇਂ ਜੰਗ ਕੀਤਾ ਜਰਾ ਸੰਧ ਨੇ, ਕਹਿੰਦੇ ਇਸ ਤਰ੍ਹਾਂ ਇਹ ਜੰਗ ਕਰਨ ਵਾਸਤੇ ਆਇਆ। ਹਰ ਗੋਬਿੰਦ ਪਰ ਲਰਨ ਸਿਧਾਵਾ, ਹਰ ਗੋਬਿੰਦ ਪਰ ਤਿਨ ਤੇ ਆਵਾ। ਤੇ ਕਹਿੰਦੇ ਜਿਵੇਂ ਸ਼੍ਰੀ ਕ੍ਰਿਸ਼ਨ ਜੀ ਦੇ ਉੱਤੇ ਜਰਾ ਸਿੰਧ ਚੜ੍ਹਾਈ ਕਰਕੇ ਆਇਆ ਨਾ, ਇਸੇ ਤਰ੍ਹਾਂ ਅਬਦੁਲ ਖਾਂ ਜਿਹੜਾ ਸੀ ਇਹ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਉੱਤੇ ਚੜ੍ਹਾਈ ਕਰਕੇ ਆਇਆ। ਚਲੇ ਵੀਰ 10-5 ਹਜ਼ਾਰ,
ਪੁਸ਼ਟ ਤੁਰੰਗਨ ਪਰ ਅਸਵਾਰ। ਤੇ ਘੋੜੇ ਜਿਹੜੇ ਸਨ ਬੜੇ ਪੁਸ਼ਟ ਸਨ, ਤਕੜੇ ਘੋੜੇ ਸਨ। 10 ਤੇ 5 15,000 ਫੌਜਾਂ ਲੈ ਕੇ ਅਬਦੁੱਲ ਖਾਂ ਜਿਹੜਾ ਉਹ ਚੜ੍ਹਿਆ ਜਾਂਦਾ ਹੈ। ਲਿਏ ਸਹੰਸ ਚਤੁਰਦਸ ਜੋਧਾ, ਹਰ ਜਨ ਚੜਿਓ ਰਾਮ ਪਰ ਕ੍ਰੋਧਾ। ਤੇ ਕਹਿੰਦੇ ਜਿਵੇਂ ਸ਼੍ਰੀ ਰਾਮ ਚੰਦਰ ਜੀ ਦੇ ਉੱਤੇ ਕ੍ਰੋਧਿਤ ਹੋ ਕੇ ਚੜ੍ਹੇ, ਤੇ ਕਹਿੰਦੇ ਇਸੇ ਤਰ੍ਹਾਂ ਹੀ ਇਹ ਆਪਣੇ ਸੂਰਮੇ ਲੈ ਕੇ ਸਤਿਗੁਰੂ ਜੀ ਦੇ ਉੱਤੇ ਚੜ੍ਹਾਈ ਕਰਕੇ ਆਇਆ। ਮਦਰਾ ਪਾਨ ਮਲੇਸ਼ ਕਰੰਤੇ, ਕਹਿ ਅਬਦੁਲ ਖਾਨ ਸੁਨੰਤੇ। ਉਸ ਵੇਲੇ ਜਿਹੜੇ ਮਲੇਸ਼ ਸਨ, ਮਦਰਾ ਪਾਨ ਕਹਿੰਦੇ ਸ਼ਰਾਬ ਆਦਿਕ ਪੀਂਦੇ ਨੇ, ਤੇ ਜਦੋਂ ਸ਼ਰਾਬ ਦੇ ਨਸ਼ੇ ਦੇ ਵਿੱਚ ਹੋ ਜਾਂਦੇ ਨੇ, ਤੇ ਉਸ ਵੇਲੇ ਅਬਦੁਲ ਖਾਨ ਨੂੰ ਇਹ ਅਬਦੁਲ ਖਾਨ ਦੇ ਜਿਹੜੇ ਸੂਰਮੇ ਨੇ ਇਸ ਤਰ੍ਹਾਂ ਆਖਦੇ ਨੇ, ਕਹਾ ਗੁਰੂ ਅਬ ਦੇਹ ਬਤਾਏ, ਗਹਿ ਤੁਰਤ ਕਿਆ ਜੰਗ ਮਚਾਏ। ਕਹਿਣ ਲੱਗੇ ਕਿ ਸਤਿਗੁਰੂ ਜੀ ਦੇ ਬਾਰੇ ਦੱਸਣਾ ਕਰ, ਕਿੱਥੇ ਨੇ ਸਤਿਗੁਰੂ ਜੀ? ਉਹ ਕੀ ਸਾਡੇ ਨਾਲ ਜੰਗ ਕਰਨਗੇ? ਕੀ ਸਤਿਗੁਰੂ ਜੀ ਸਾਡੇ ਨਾਲ ਲੜਨਗੇ? ਅਸੀਂ ਇਸ ਤਰ੍ਹਾਂ ਹੀ ਸਤਿਗੁਰੂ ਜੀ ਨੂੰ ਜਾ ਕੇ ਪਕੜ ਕੇ ਲੈ ਆਉਂਦੇ ਹਾਂ। ਕੋ ਅਬ ਅਟਕੈ ਲਰੇ ਅਗਾਰੀ, ਛਿਨ ਮੈਂ ਸ਼ਤਰਨ ਦੇ ਸੰਘਾਰੀ। ਅਬਦੁੱਲ ਖਾਨ ਦੇ ਸੂਰਮੇ ਜਿਨ੍ਹਾਂ ਨੇ ਮਦਰਾ ਪਾਨ ਕੀਤਾ, ਜਿਨ੍ਹਾਂ ਨੇ ਸ਼ਰਾਬ ਪੀਤੀ ਹੈ ਨਾ, ਉਹ ਕਹਿੰਦੇ ਕਿਹੜਾ ਵਿਚਾਰਾ, ਕਿਹੜਾ ਬੱਪੜਾ ਸਾਡੇ ਨਾਲ ਲੜ ਸਕਦਾ ਹੈ? ਕਿਹਦੇ ਵਿੱਚ ਹਿੰਮਤ ਹੈ, ਕਿਹਦੇ ਵਿੱਚ ਤਾਕਤ ਹੈ ਸਾਡੇ ਸਾਹਮਣੇ ਅੜੇਗਾ? ਵੇਖੋ ਅਸੀਂ ਕਿਵੇਂ ਜੰਗ ਮਚਾਉਂਦੇ ਹਾਂ, ਕਿਵੇਂ ਅਸੀਂ ਸਤਿਗੁਰੂ ਜੀ ਦੇ ਸਿੱਖਾਂ ਨੂੰ ਮਾਰਨਾ ਕਰਦੇ ਹਾਂ। ਹਮਰੀ ਸੈਨਾ ਬਟ ਸਵਧਾਨ, ਕੌਣ ਅਰੇ ਆਗੇ ਇਨਆਨ। ਸਾਡੀਆਂ ਫੌਜਾਂ ਬੜੀਆਂ ਸਾਵਧਾਨ ਨੇ, ਕੌਣ ਸਾਡੀਆਂ ਫੌਜਾਂ ਦੇ ਨਾਲ ਅੜੇਗਾ? ਕੌਣ ਸਾਡੀਆਂ ਫੌਜਾਂ ਦੇ ਨਾਲ ਜੰਗ ਕਰਨਾ ਕਰੇਗਾ? ਕਰਤੇ ਮਾਰ ਬਕਾਰਾ ਚਾਲੇ, ਪੀ ਸ਼ਰਾਬ ਕੇ ਦਿਕ ਮਤਵਾਲੇ। ਕਹਿੰਦੇ ਇਹਨਾਂ ਨੇ ਸ਼ਰਾਬ ਆਦਿਕ ਪੀਤੀ ਤੇ ਬੜੇ ਮਤਵਾਲੇ ਨੇ। ਕਹਿੰਦੇ ਇਸ ਤਰ੍ਹਾਂ ਮਾਰ ਬਕਾਰਾ ਕਰਦੇ ਹੋਏ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਜੰਗ ਕਰਨ ਵਾਸਤੇ ਜਾਂਦੇ ਨੇ। ਜਿਵੇਂ ਅਬਦੁੱਲ ਖਾਂ ਆਪਣੀਆਂ ਫੌਜਾਂ ਨੂੰ 7 ਹਿੱਸਿਆਂ ਦੇ ਵਿੱਚ ਵੰਡੇਗਾ, ਤੇ ਜਿਸ ਤਰ੍ਹਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਗੁਰੂ ਦਾ ਸਿੱਖ ਜਾ ਕੇ ਦੱਸਣਾ ਕਰੇਗਾ, ਸਤਿਗੁਰੂ ਜੀ ਤੁਸੀਂ ਚੁੱਪ ਕਰਕੇ ਬੈਠੇ ਹੋ, ਜਲੰਧਰ ਦਾ ਫੌਜਾਂ, ਜਲੰਧਰ ਦਾ ਜਿਹੜਾ ਸੂਬੇਦਾਰ ਹੈ ਉਹ ਬਹੁਤ ਸਾਰੀਆਂ ਫੌਜਾਂ ਲੈ ਕੇ ਆ ਗਿਆ। ਤੇ ਜਿਵੇਂ ਫਿਰ ਸਤਿਗੁਰੂ ਜੀ ਤਿਆਰੀ ਕਰਦੇ ਨੇ, ਸੋ ਪਾਵਨ ਜਸ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਸ਼ਰਵਣ ਕਰਾਂਗੇ। ਆਪ ਜੀ ਦੇ ਨਾਲ ਵਿਚਾਰਾਂ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਜਾਣ ਕੇ ਮਾफ़ ਕਰਨੀਆਂ। ਸੰਗਤ ਤੇ ਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ, हे पूरन हे सर्ब मैं, दुख भंजन गुणतास। हे संगी है निरंकार, हे निर्गुण सब टेक। हे गोबिंद है गुण निधान, जाकै सदा विवेक। हे अपरंपद हर हरे, है पी होवन। हे संतां कै सदा संग, निधारा आधार। हे ठाकुर हों दासरो, मैं निर्गुण गुण नहीं कोय। नानक दीजै नाम धान, राखो हिय आए प्रभ शरनागति। कृपा निध एक अखर हर मन बसत, नानक होत ने। वाहिगुरु नाम जहाज है, चढ़े सो तरे पार। जो शरदा कर सेवदे, गुर पारे उतारन। जो शरदा कर सेवदे, गुर पारे उतारन हार। वाहिगुरु जी का खालसा, वाहिगुरु जी की